ख्याल जो तो यही है कि आप एहतियात ना कारोबार करे, नियत साफ करके करे तो इंशाल्लाह घाटा नहीं आवेगा। डंगरां दी देखभाल जरूर रखे, सुबह शाम 2-3 टाइम ना दी ख्याल रखे। अगर ख्याल नहीं रखेगा तो कोई भी जिन्ना भी पैसे वाला डंगर कामयाब नहीं हो सकता है। डंगरां नाल डंगर बन के रहना पैंदा, फिर माशाल्लाह कमी नहीं आउण दिंदे। ਜਿਹੜੀ ਰਾਵੀ ਉਹਦੇ ਸਿੰਘ ਇਸ ਤਰ੍ਹਾਂ ਮੁੜਨਗੇ, ਵਿੱਚ ਸਿੰਘਾਂ ਦੇ ਵਿੱਚ ਆ ਕੇ ਸਿੰਘ ਲੱਗਣਗੇ। ਜਿਹੜੀ ਰਾਵੀ ਦੂਸਰੀ ਹੈ ਕਿ ਨੀਲੀ, ਉਹਦੇ ਮੱਝ ਪਿੱਛੋਂ ਹਟ ਕੇ ਤੇ ਜਾਂ ਪਿੱਛਾ ਗਰਦਨ ਨਾਲ ਲੱਗਣਗੇ। ਹੋਰ ਇਹਦੀ ਕੀ ਪਹਿਚਾਣ ਇਸ ਤੋਂ ਇਲਾਵਾ? ਹੋਰ ਇਹਦੀ ਪਹਿਚਾਣ ਕਦੀ ਜਿਹੜੀ ਨੀਲੀ ਦੀ ਮੱਝ ਹੈ, ਦਾ ਮੂੰਹ ਬਿਲਕੁਲ ਛੋਟਾ ਜਿਹਾ ਹੋਏਗਾ, ਪਿੱਛਾ ਉਹਦਾ ਸੰਡੇ ਤਰ੍ਹਾਂ ਹੋਏਗਾ, ਕੱਟੇ ਤਰ੍ਹਾਂ ਹੋਏਗਾ। ਤੇ ਜਿਹੜੀ ਰਾਵੀ ਦੀ ਹੈ ਉਹ ਅੱਗੇ ਪਿੱਛੋਂ ਬਰਾਬਰ ਮੱਝ ਹੋਵੇਗੀ। अस्सलाम वालेकुम। ਵਾਲੇਕਮ ਸਲਾਮ ਸਰ ਜੀ। ਕੀ ਹਾਲ ਨੇ ਸਰ? ਠੀਕ ਠਾਕ ਬੈਨ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ। ਸਰ ਕੀ ਨਾਮ ਹੈ ਤੁਹਾਡਾ? ਮੁਹੰਮਦ ਯੂਸਫ। ਮੁਹੰਮਦ ਯੂਸਫ ਸਾਹਿਬ, ਕਿੰਨੇ ਅਰਸੇ ਤੋਂ ਮੱਝਾਂ ਦਾ ਕਾਰੋਬਾਰ ਕਰ ਰਹੇ ਹੋ? ਤਕਰੀਬਨ 30 ਤੋਂ 35 ਸਾਲ ਹੋ ਗਏ। 30 ਤੋਂ 35 ਸਾਲ ਤੋਂ ਮੱਝਾਂ ਦੇ ਕਾਰੋਬਾਰ ਤੋਂ ਕੀ ਸਿੱਖਿਆ ਵੇ? ਸਾਰਾ ਕੁਝ ਸਿੱਖਿਆ ਜੀ ਇਹਨਾਂ ਤੋਂ। ਇਹਨਾਂ ਦਾ ਮਰਜ਼ਾਂ ਦਾ ਇਲਾਜ ਦਾ ਪਤਾ ਹੈ, ਇਹਨਾਂ ਦਾ ਚਵਾਈ ਦਾ ਪਤਾ ਹੈ ਵੀ ਕਿਹੜੀ ਮੱਝ ਸਹੀ ਚਵਾਈ ਦਿੰਦੀ ਹੈ, ਕਿਹੜੀ ਨਹੀਂ ਦਿੰਦੀ। ਇਹਨਾਂ ਦੇ ਵੰਡਿਆਂ ਦਾ ਪਤਾ ਹੈ ਵੀ ਕਿਹੜਾ ਵੰਡਾ ਇਹਨਾਂ ਨੂੰ ਮਾਫਕ ਹੈ, ਕਿਹੜਾ ਨਹੀਂ ਮਾਫਕ ਹੈ। ਇਹਨਾਂ ਦੇ ਪੱਠਿਆਂ ਦਾ ਤਜਰਬਾ ਵੀ ਪੱਠੇ ਕਿਹੜੇ ਪਏ ਦੋ ਜ਼ਿਆਦਾ ਦੇਣਗੀਆਂ ਹੈ। ਮਾਸ਼ਾਅੱਲਾ ਚੀਜ਼ਾਂ ਤੁਹਾਡੇ ਕੋਲ ਬਾਅਦ ਪੁੱਛਾਂਗੇ। ਤੁਹਾਡਾ ਜਿਹੜਾ ਇੰਨੇ ਸਾਲ ਦਾ ਤਜਰਬਾ ਉਹ कैसा ਰਿਹਾ ਵੇ? ਬਹੁਤ ਅੱਛਾ ਹੈ ਮਾਸ਼ਾਅੱਲਾ। कैसा ਕਾਰੋਬਾਰ ਹੈ ਮੱਝਾਂ ਵਾਲਾ? ਅੱਲਾ ਦਾ ਸ਼ੁਕਰ ਹੈ, ਅਗਰ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਅੱਲਾ ਦਿੰਦਾ ਹੈ। ਤੁਹਾਂ ਮਾਸ਼ਾਅੱਲਾ ਮੱਝਾਂ ਦਾ ਕਾਰੋਬਾਰ ਵੀ ਕਰ ਰਹੇ ਹੋ, ਨਾਲ ਕੰਨ ਝੋਟੀਆਂ ਦਾ ਕਾਰੋਬਾਰ ਵੀ ਕਰ ਰਹੇ ਹੋ। ਹਾਂਜੀ, ਕੰਨ ਝੋਟੀਆਂ ਦਾ। ਦੋਵਾਂ ਚੋਂ ਕਿਹੜੇ ਕਾਰੋਬਾਰ ਨੂੰ ਬਿਹਤਰ ਪਾਇਆ ਜੇ? ਦੋਵਾਂ ਚ ਨਾ ਸਜਰੀਆਂ ਮੱਝਾਂ ਦਾ ਕਾਰੋਬਾਰ ਅੱਛਾ ਹੈ। ਅਗਰ ਇਹਨਾਂ ਦੀ ਮਿਹਨਤ ਕੀਤੀ ਜਾਵੇ ਤੇ। ਮਿਹਨਤ ਨਾ ਕਰੋ ਤਾਂ ਫਿਰ ਜ਼ਾਹਿਰ ਹੈ ਕੋਈ ਸ਼ੈ ਨਹੀਂ ਦਿੰਦੀ। अच्छा माशाल्लाह इस टाइम ਤੁਹਾਡੇ ਕੋਲ ਝੋਟੀਆਂ ਦੀ ਕਿਹੜੀ ਨਸਲ ਮੌਜੂਦ ਹੈ ਤੇ ਮੱਝਾਂ ਦੀ ਕਿਹੜੀ ਨਸਲ ਮੌਜੂਦ ਜੇ? ਮੇਰੇ ਕੋਲ ਇਸ ਟਾਈਮ ਰਾਵੀ ਦੀਆਂ ਮੱਝਾਂ ਹੈਗੀਆਂ ਨੇ ਤੇ ਨੀਲੀ ਦੀਆਂ ਮੱਝਾਂ ਨੇ, ਦੋ ਨਸਲਾਂ ਨੇ। ਅੱਛਾ ਸਰ, ਅਕਸਰ ਲੋਕੀ ਗੱਲ ਕਰਦੇ ਨੀਲੀ ਰਾਵੀ, ਨੀਲੀ ਹੋਰ ਮੱਝ, ਰਾਵੀ ਹੋਰ ਮੱਝ। ਨੀਲੀ ਹੋਰ ਹੈ, ਰਾਵੀ ਹੋਰ ਹੈ। ਕੀ ਦੋਵਾਂ ਦੀ ਪਹਿਚਾਣ ਹੈ? ਜਿਹੜੀ ਰਾਵੀ ਉਹਦੇ ਸਿੰਘ ਇਸ ਤਰ੍ਹਾਂ ਮੁੜਨਗੇ, ਵਿੱਚ ਸਿੰਘਾਂ ਦੇ ਵਿੱਚ ਆ ਕੇ ਸਿੰਘ ਲੱਗਣਗੇ। ਜਿਹੜੀ ਰਾਵੀ ਦੂਸਰੀ ਹੈ ਕਿ ਨੀਲੀ, ਉਹਦੇ ਮੱਝ ਪਿੱਛੋਂ ਹਟ ਕੇ ਤੇ ਜਾਂ ਪਿੱਛਾ ਗਰਦਨ ਨਾਲ ਲੱਗਣਗੇ। ਹੋਰ ਇਹਦੀ ਕੀ ਪਹਿਚਾਣ ਹੈ ਇਸ ਤੋਂ ਇਲਾਵਾ? ਹੋਰ ਇਹਦੀ ਪਹਿਚਾਣ ਕਦੀ ਜਿਹੜੀ ਨੀਲੀ ਦੀ ਮੱਝ ਹੈ, ਦਾ ਮੂੰਹ ਬਿਲਕੁਲ ਛੋਟਾ ਜਿਹਾ ਹੋਏਗਾ, ਪਿੱਛਾ ਉਹਦਾ ਸੰਡੇ ਤਰ੍ਹਾਂ ਹੋਏਗਾ, ਕੱਟੇ ਤਰ੍ਹਾਂ ਹੋਏਗਾ। ਤੇ ਜਿਹੜੀ ਰਾਵੀ ਦੀ ਹੈ ਉਹ ਅੱਗੇ ਪਿੱਛੋਂ ਬਰਾਬਰ ਮੱਝ ਹੋਵੇਗੀ। ਅੱਛਾ, ਹਾਂਜੀ, ਜ਼ਬਰਦਸਤ। ਹਾਂਜੀ। ਅੱਛਾ, ਇਸ ਤੋਂ ਇਲਾਵਾ ਅਗਰ ਕੋਈ ਬੰਦਾ ਮੱਝ ਲੈਣ ਜਾਂਦਾ ਹੋਵੇ, ਉਹਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਉਹਨੂੰ ਪਤਾ ਲੱਗੇ ਕਿ ਇਹ ਨੀਲੀ ਦੀ ਮੱਝ ਹੈ ਤੇ ਇਹ ਰਾਵੀ ਦੀ ਮੱਝ ਹੈ? ਉਹਨੂੰ ਇਹ ਸਿੰਘਾਂ ਦਾ ਖਿਆਲ ਰੱਖਣਾ ਚਾਹੀਦਾ, ਤਾਂ ਮੂੰਹ ਵੇਖਣਾ ਚਾਹੀਦਾ ਛੋਟਾ ਹੈ ਜਾਂ ਬੜਾ ਹੈ ਮੂੰਹ। अगर तो मुंह बड़ा है तो फिर दुरागी मझ है, मिसाल है नस्लदार नहीं है मझ है। सिंह दे बराबर वेखो भी सिंह पीछे वापस सिंह दे विच लगदे ने या पीछा निकलदे ने। अगर पीछा निकलन तो नीली दी मझ नहीं होएगी। नीली दी मझ सही रहंदी है कि रावी दी? मझां दोवें ही चंगियां नस्लां ने इस टाइम, लेकिन ਇਹਦੇ ਤੋਂ ਅੱਛੀ ਰਾਵੀ ਤੋਂ ਅੱਛੀ ਨੀਲੀ ਮੱਝ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਦੁੱਧ ਦੇ ਹਵਾਲੇ ਨਾਲ ਕਿਹੜੀ ਮੱਝ ਅੱਛੀ ਹੈ? ਨੀਲੀ ਦੀ ਮੱਝ ਅੱਛੀ ਹੈ। ਸਰ ਜਿਹੜਾ ਨੀਲੀ ਤੇ ਰਾਵੀ ਦਾ ਇਹ ਇਲਾਕਾ ਕਿਹੜਾ ਹੈ? ਕਿਹੜੇ ਇਲਾਕੇ ਚ ਨੀਲੀ ਦੀ ਮਿਲਦੀ ਹੈ ਤੇ ਕਿਹੜੇ ਇਲਾਕੇ ਚ ਰਾਵੀ ਦੀ? ਤੁਹਾਨੂੰ ਬੂਰਾ ਵਿਆੜੀ, ਮੀਆਂ ਚੰਨੂ, ਹੈਡ ਲੁੱਡਣ, ਅੱਗੇ ਲੱਗੇ ਜਾਓ ਬਾਵਲਪੁਰ, ਬਾਵਲ ਨਗਰ, ਇਹ ਸਾਈਡ ਲੈ ਨੀਲੀ ਮਿਲੇਗੀ। ਤੇ ਰਾਵੀ ਦੀ ਮਿਲੇਗੀ ਸ਼ੇਖੂਪੁਰ ਤੋਂ ਲੈ ਕੇ ਤੇ ਚੀਚਾ ਵਤਨੀ ਤੱਕ, ਇਹ ਸਾਈਡ ਤੇ ਰਾਵੀ ਦੀ ਮੱਝ ਮਿਲੇਗੀ। ਤੇ ਅੱਜ ਕੱਲ ਜਿਹੜੇ ਉਸ ਇਲਾਕੇ ਦੇ ਲੋਕ ਨੇ, ਇਹਲੇ ਇਲਾਕੇ ਚੋਂ ਸਿਆਲਕੋਟ ਦੇ ਇਲਾਕੇ ਚੋਂ, ਉਹ ਜਿਹੜੀਆਂ ਫੰਡਰ ਮੱਝਾਂ ਹੁੰਦੀਆਂ ਨੇ ਜਾਂ ਝੋਟੀਆਂ ਹੁੰਦੀਆਂ ਨੇ, ਉਧਰ ਲਾਈ ਜਾਂਦੇ ਨੇ, ਉਹਨਾਂ ਨੂੰ ਪਾਲ ਕੇ ਫੇਰ ਦਿਹਾੜਦੇ ਨੇ, ਸੇਲ ਕਰਦੇ ਨੇ। ਨਹੀਂ ਤੇ ਫਿਰ ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਅੱਜ ਕੱਲ ਦੇ ਦੌਰ ਵਿੱਚ ਨੀਲੀ ਤੇ ਰਾਵੀ ਦੀ ਜਿਹੜੀ ਮਹਿਮ ਹੈ ਉਹ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਜਾਂ ਕਿ ਮਿਕਸ ਕ੍ਰਾਸ ਹੋ ਗਈਆਂ ਨੇ? ਉਹ ਬਹੁਤ ਹੀ ਮੁਸ਼ਕਲ ਨੀਲੀ ਤੇ ਰਾਵੀ ਦੀ ਮੱਝ ਮਿਲਦੀ ਪਈ ਹੈ। ਅੱਛਾ, ਕ੍ਰਾਸ ਬਹੁਤ ਮੱਝਾਂ ਹੋਈਆਂ ਨੇ। ਹਰ ਬੰਦਾ ਕੋਈ ਨਹੀਂ ਅਮੀਅਤ ਦਿੰਦਾ ਕਿ ਮੈਂ ਫਲਾਣੇ ਸੰਡੇ ਤੋਂ ਹੀ ਕਰਾਉਣੀ ਹੈ, ਨਸਲ ਤੋਂ ਕਰਾਉਣੀ ਹੈ, ਲੇਕਿਨ ਹੁਣ ਹਰ ਬੰਦਾ ਇਹ ਕਹਿੰਦਾ ਕਿ ਟਾਈਮ ਪਾਸ ਕਰੀਏ, ਜਿਹੜਾ ਵੀ ਸੰਡਾ ਮਿਲਦਾ ਕਰਾ ਲਈਏ। ਹੁਣ ਇਹ ਤਾਂ ਸਿਰਫ ਦੋ ਸਾਡੇ ਕੋਲ ਮੱਝਾਂ ਰਾਵੀ ਤੇ ਨੀਲੀ ਦੀਆਂ ਨੇ, ਬਾਕੀ ਆਮ ਮੱਝਾਂ ਨੇ। ਅੱਛਾ, ਯਾਨੀ ਜਿਹੜੀਆਂ ਪਿਓਰ ਨੇ ਨੀਲੀ ਤੇ ਰਾਵੀ ਦੀਆਂ ਉਹ ਦੋ ਹੀ ਮੱਝਾਂ ਨੇ, ਬਾਕੀ ਸਾਰੀਆਂ ਕ੍ਰਾਸ ਹੋਈਆਂ ਨੇ? ਸਭ ਕ੍ਰਾਸ ਹੋਈਆਂ ਨੇ। ਤੇ ਜਿਹੜੀ ਨੀਲੀ ਤੇ ਰਾਵੀ ਦੀ ਪਿਓਰ ਮੈਂ ਵੇ ਉਹ ਕਿੰਨੇ ਦੀ ਮਿਲਦੀ ਹੈ? ਉਹ ਜਿਹੜੀ ਸਹੀ ਮੈਂ 3-3.5 ਲੱਖ ਦੀ ਮਿਲੇਗੀ, ਸਹੀ ਮੈਂ ਜਿਹੜੀ ਨਸਲਦਾਰ। ਅੱਛਾ, ਬਾਕੀ 1.5-2 ਦੀ ਵੀ ਮਿਲ ਜਾਂਦੀ। ਤੇ ਜਿਹੜਾ ਬੰਦਾ ਚਾਹੁੰਦਾ ਕਿ ਮੈਨੂੰ ਸਿਰਫ ਜਿਹੜੀ ਨੀਲੀ ਜਾਂ ਰਾਵੀ ਦੀ ਅਸਲ ਮੈਂ ਵੇ ਪਿਓਰ ਹੈ ਉਹ ਹੀ ਮਿਲੇ, ਉਹਨੂੰ ਫਿਰ ਕੀ ਕਰਨਾ ਚਾਹੀਦਾ? ਕਿੰਜ ਹਾਸਲ ਕਰ ਸਕਦਾ? ਉਹ ਸਾਈਡ ਤੇ ਜਾਵੇ, ਬੂਰੇ ਵੈੜੇ ਵਾਲੀ ਸਾਈਡ ਹੱਲੇ, ਉਸ ਸਾਈਡ ਤੇ ਮੱਝਾਂ ਹਾਲੇ ਵੀ ਨਸਲਾਂ ਬੰਦੇ ਰੱਖੀਆਂ ਹੋਈਆਂ ਨੇ, ਸ਼ੌਕ ਨਾਲ ਰੱਖੀਆਂ ਨੇ। ਅਸੀਂ ਉਹ ਮੱਝ ਲਿਆਂਦੀ ਹੈ ਕੋ ਸਾਹਮਣੇ ਖਲੀ ਪਰਲੀ ਸਾਈਡ ਤੇ, ਉਹ ਹੈ ਰਾਵੀ ਦੀ ਮੱਝ ਹੈ। ਕਿੰਨੇ ਲਿਆਂਦੀ ਸਰ? ਉਹ ਲਿਆਂਦੀ 2,65,000 ਦੀ। ਅੱਛਾ, ਇਸ ਟਾਈਮ ਮਾਸ਼ਾਅੱਲਾ ਦੇ ਥੱਲੇ 16 ਗੜਵੀਆਂ ਦੁੱਧ ਤੇ, ਹਾਲਾਂਕਿ 6 ਮਹੀਨੇ ਨੂੰ ਸੂਈ ਨੂੰ ਖਲੇ ਨੇ। ਅੱਛਾ, 16 ਗੜਵੀਆਂ ਦੁੱਧ ਦੇ ਰਹੀ। ਜ਼ਿੰਦਾਬਾਦ ਜੀ। ਜਿਹੜੀ ਨੀਲੀ ਜਾਂ ਰਾਵੀ ਦੀ ਮੈਂ ਵੇ ਉਹ ਕਿੰਨੇ ਮਹੀਨੇ ਤੱਕ ਦੁੱਧ ਸਹੀ ਦਿੰਦੀ ਹੈ? ਉਹ ਸਹੀ ਦੁੱਧ ਜਿਹੜਾ ਹੈ 8 ਤੋਂ 9 ਮਹੀਨੇ ਤੱਕ ਦੇਵੇਗੀ। ਅੱਛਾ, 9 ਮਹੀਨੇ ਤੋਂ ਬਾਅਦ ਫਿਰ ਥੱਲੇ ਆਉਣਾ ਸ਼ੁਰੂ ਹੋ ਜਾਏਗੀ। ਠੀਕ ਹੈ।
ਮਾਸ਼ਾਅੱਲਾ ਤੁਹਾਡਾ ਕਾਫੀ ਤਜਰਬਾ ਹੈ, ਮੱਝਾਂ ਨੂੰ ਕਾਫੀ ਜਾਣਦੇ ਹੋ। ਤੁਸੀਂ ਇਹ ਦੱਸੋ ਹੁਣ ਕੋਈ ਗੁਰ ਦੀਆਂ ਗੱਲਾਂ ਦੱਸਣੀਆਂ ਨੇ, ਜਿਹੜੀ ਮੈਂ ਦੁੱਧ ਕੰਮ ਦਿੰਦੀ ਏ ਉਹਦੀ ਕੀ ਸੇਵਾ ਕੀਤੀ ਜਾਏ, ਉਹਨੂੰ ਕੀ ਖਿਲਾਇਆ ਜਾਏ ਕਿ ਉਹ ਦੁੱਧ ਵਧਾਏ? ਉਹਨੂੰ ਇੱਕ ਤੇ ਖੜ ਪਾਈ ਜਾਵੇ, ਬਾਕੀ ਮਕਈ ਤੇ ਕਣਕ ਦਾ ਦਲੀਆ ਪਾਇਆ ਜਾਏ ਨੇ ਵੰਡਿਆਂ ਨਾਲ, ਉਹ ਬਿਹਤਰ ਹੈ। ਉਹ ਦੁੱਧ ਮਾਸ਼ਾਅੱਲਾ ਜਿੱਥੇ 5 ਕਿਲੋ ਦਿੰਦੀ ਹੈ ਤਾਂ 7-8 ਕਿਲੋ ਦੁੱਧ ਕਰੇਗੀ। ਅੱਛਾ, ਖਲ ਪਾਣੀ ਹੈ, ਖਲ ਤੇ ਦਲੀਆ ਹੋਵੇ, ਕਣਕ ਤੇ ਮਕਈ ਦਾ ਦੜਾਈ ਹੋਈ ਹੋਵੇ ਮੋਟੀ ਮੋਟੀ। ਅੱਛਾ, ਤੇ ਇਹ ਰੋਜ਼ਾਨਾ ਦਾ ਕਿੰਨਾ ਜਿਹੜਾ ਤੁਸੀਂ ਆਪਣਾ ਤਿਆਰ ਕਰਨਾ ਵੰਡਾ ਕਿੰਨਾ ਖਿਲਾਣਾ? ਕਮ ਸੇ ਕਮ 4 ਕਿਲੋ ਇੱਕ ਮੱਝ ਨੂੰ ਹੋਵੇ, 3 ਤੋਂ 4 ਕਿਲੋ ਇੱਕ ਦਿਨ ਦਾ। ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਜਾਨਵਰਾਂ ਦੀ ਬਿਮਾਰੀਆਂ ਦਾ ਦੱਸੋ ਕਿ ਮੱਝਾਂ ਨੂੰ ਜ਼ਿਆਦਾਤਰ ਕਿਹੜੀ ਕਿਹੜੀ ਬਿਮਾਰੀ ਲੱਗਦੀ ਹੈ, ਉਹਦੀ ਵਜ੍ਹਾ ਕੀ ਹੁੰਦੀ ਹੈ, ਤੇ ਉਹਦਾ ਜਿਹੜਾ ਦੇਸੀ ਇਲਾਜ ਹੈ ਉਹ ਵੀ ਦੱਸੋ। ਪਹਿਲਾਂ ਸਾਨੂੰ ਇਹ ਦੱਸੋ, ਬਿਮਾਰੀ ਸਰਦੀਆਂ ਜ਼ਿਆਦਾ ਲੱਗਦੀ, ਗਰਮੀਆਂ ਜ਼ਿਆਦਾ ਲੱਗਦੀਆਂ ਨੇ? ਬਿਮਾਰੀ ਸਰ ਗਰਮੀਆਂ ਜ਼ਿਆਦਾ ਲੱਗਦੀ ਹੈ। ਗਰਮੀਆਂ 'ਚ? ਹਾਂਜੀ। ਨਾ ਦੱਸੋ ਕਿਹੜੀ ਕਿਹੜੀ ਬਿਮਾਰੀ ਲੱਗਦੀ ਹੈ? ਇੱਕ ਤਾਂ ਮੱਝਾਂ ਨੂੰ ਸਾੜੂ ਪੈਂਦਾ ਤੇ ਥਣ ਖਰਾਬ ਹੋ ਜਾਂਦੇ ਨੇ। ਅੱਛਾ। ਹੋਰ ਮੱਝਾਂ ਨੂੰ ਇੱਕ ਖੁਰ ਖਰਾਬ ਹੋ ਜਾਂਦੇ ਨੇ, ਇਹਨਾਂ ਦੇ ਪੈਰਾਂ ਦੇ ਜਿਹੜੇ ਨੇ। ਉਹ ਕਿਉਂ ਖਰਾਬ ਹੁੰਦੇ ਨੇ? ਉਹ ਥੱਲੇ ਮਲੀ ਅਸੀਂ ਸਫਾਈ ਨਹੀਂ ਰੱਖਨੇ ਆ, ਉਹਦੇ ਵਿੱਚ ਪੈਰ ਗਲ ਜਾਂਦੇ ਇਹਨਾਂ ਦੇ ਮੱਝਾਂ ਦੇ, ਤੇ ਸਾੜੂ ਪੈ ਜਾਂਦਾ। ਗਰਮੀ ਦੀ ਵਜ੍ਹਾ ਤੋਂ ਅਸੀਂ ਵੰਡਾ ਗਰਮ ਪਾਉਂਦੇ ਆ, ਮੱਝਾਂ ਗਰਮ ਹੋ ਜਾਂਦੀਆਂ ਨੇ, ਹੀਟ ਪਕੜਦੀਆਂ ਨੇ, ਥਣਾ ਤੇ ਅਸਰ ਪੈ ਜਾਂਦਾ ਉਹਨਾਂ ਦਾ। ਸਾੜੂ ਦਾ ਇਲਾਜ ਦੱਸਦੇ ਹੋਵੇ ਜਿਹੜਾ ਵੇ ਥਣ ਦਾ, ਉਹਦਾ ਕੀ ਇਲਾਜ ਦੱਸੋ ਸਾਨੂੰ। ਸਾੜੂ ਦਾ ਇੱਕ ਤਾਂ ਇਲਾਜ ਹੈ ਕਾਲੀਆਂ ਮਿਰਚਾਂ, ਦੇਸੀ ਘਿਓ ਹੋਵੇ ਜੀ, ਮਿਕਦਾਰ ਵੀ ਦੱਸ ਜਾ ਨਾਲ ਕਿੰਨੀ। ਅੱਧ ਪਾ ਕਾਲੀਆਂ ਮਿਰਚਾਂ, ਅੱਧਾ ਕਿਲੋ ਦੇਸੀ ਘਿਓ ਹੋਵੇ, ਵਿੱਚ ਤਕਰੀਬਨ 1 ਟੰਕ ਜ਼ੀਰਾ ਹੋਵੇ। ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਦੇ ਵਿੱਚ ਇੱਕ ਨਾਲ ਬਣਾ ਕੇ ਦਿੱਤੀ ਜਾਵੇ 3 ਦਿਨ ਲਗਾਤਾਰ। 3 ਦਿਨ ਲਗਾਤਾਰ ਦਿੱਤਾ ਜਾਵੇ। ਉਸ ਤੋਂ ਇਲਾਵਾ ਖੀਰ ਹੁੰਦੀ ਹੈ, ਥੋਮ ਦੀ ਬਣਾਈ ਜਾਂਦੀ ਦੁੱਧ ਦੀ, ਗਾਂ ਦੇ ਦੁੱਧ ਵਿੱਚ, ਜਾਂ ਉਹ 3-4 ਦਿਨ ਪਾਈਆ ਥੋਮ ਹੋਵੇ, ਕਿਲੋ ਦੁੱਧ ਹੋਵੇ, ਉਹ 3-4 ਦਿਨ ਲਗਾਤਾਰ ਦਿੱਤਾ ਜਾਵੇ। ਐਮਰਜੈਂਸੀ ਦਾ ਇਲਾਜ ਅਗਰ 3-4 ਦਿਨ ਪੈ ਜਾਣ ਤਾਂ ਫਿਰ ਉਹ ਥਣ ਨਹੀਂ ਬਰਾਬਰ ਹੁੰਦਾ। ਕਿਹੜੇ ਤਰੀਕੇ ਬਰਾਬਰ ਕੀਤਾ ਜਾ ਸਕਦਾ ਹੈ? ਬਾਅਦ ਹੀ ਨਹੀਂ ਜੀ, ਅਗਰ ਖਤਮ ਹੋ ਜਾਏ ਫਿਰ ਉਹ ਨਹੀਂ ਬਾਅਦ ਬਰਾਬਰ ਹੋ ਸਕਦਾ। ਅੱਛਾ ਸਰ, ਜਿਹੜੀ ਸਾੜੂ ਦੀ ਬਿਮਾਰੀ ਹੈ ਕਿਹੜੀ ਵਜ੍ਹਾ ਨਾਲ ਲੱਗਦੀ ਹੈ? ਇਹ ਗਰਮੀ ਨਾਲ ਲੱਗਦੀ ਹੈ, ਜਦੋਂ ਮੱਝ ਨੂੰ ਹੀਟ ਪਕੜਦੀ ਉਦੋਂ ਗਰਮ ਹੋ ਕੇ ਥਣ ਤੇ ਸਾੜੂ ਮਾਰ ਜਾਂਦੀ। ਤੇ ਗਰਮ ਚੀਜ਼ਾਂ ਕਿਹੜੀ ਕਿਹੜੀ ਮਿਸਾਲ ਦੋ? ਗਰਮ ਅਸੀਂ ਵੰਡੇ ਇਸਤੇਮਾਲ ਕਰਨੇ ਆ, ਜ਼ਿਆਦਾ ਚ ਪਾਇਆ ਕਿ ਮੱਝ ਦੁੱਧ ਜ਼ਿਆਦਾ ਦੇਸੀ, ਜਦੋਂ ਮੱਝ ਦੁੱਧ ਐਵਰੇਜ ਤੋਂ ਜ਼ਿਆਦਾ ਨਿਕਲਣਾ ਫਿਰ ਜ਼ਾਹਿਰ ਹੈ ਜਿਸਮ ਤੇ ਗਰਮੈਸ਼ ਦੇਣੀ ਤਾਂ ਸਾੜੂ ਕਰਨਾ। ਅੱਛਾ, ਜਿਹੜੀ ਮੱਝ ਹੀਟ ਵਿੱਚ ਨਹੀਂ ਹੁੰਦੀ ਉਹਨੂੰ ਕੀ ਖਿਲਾਈਏ ਪਲਾਈਏ ਤੇ ਉਹ ਹੀਟ ਵਿੱਚ ਆ ਜਾਂਦੀ ਹੈ? ਉਹਨੂੰ ਬਿਹਤਰ ਤਾਂ ਸਭ ਤੋਂ ਇਹ ਹੈ ਕਿ ਸਰਸੋਂ ਦਾ ਤੇਲ ਹੋਵੇ, ਮਿਰਚਾਂ ਪਾਣੀ ਜੋ ਉਬਾਲ ਕੇ ਤੇ ਸਰਸੋਂ ਦਾ ਤੇਲ ਪਾ ਦਿਓ। ਮਿਰਚਾਂ ਕਿਹੜੀਆਂ? ਲਾਲ ਮਿਰਚਾਂ। ਅੱਛਾ, ਦਾਦੜ ਕੇ ਬਰੀਕ? ਦਾਦੜ। ਹਾਂਜੀ, ਦਾਦੜ ਪਾਈਆ ਮਿਰਚਾਂ ਹੋਣ, ਅੱਧਾ ਕਿਲੋ ਤੇਲ ਹੋਵੇ, ਉਹਨੂੰ ਉਬਾਲ ਕੇ ਮਿਰਚਾਂ ਤੇ ਤੇਲ ਸੁੱਟ ਕੇ ਤੇ 2 ਨਾਲਾਂ ਨੂੰ ਦਿੱਤੀ ਜਾ 8ਵੇਂ ਦਿਨ। ਅੱਛਾ, ਅੱਲਾਹ ਤਾਲਾ ਪੂਰੀ ਜ਼ਿੰਦਗੀ ਸਾੜੂ ਨਹੀਂ ਪਵੇਗਾ। ਇਹ ਸਾੜੂ ਕੀ ਹੀਟ, ਉਹ ਹੀਟ ਵੀ ਖਤਮ ਕਰੇਗੀ ਸਾੜੂ। ਜਦੋਂ ਹੀਟ ਹੀ ਨਹੀਂ ਹੋਣੀ ਫਿਰ ਸਾੜੂ ਨੂੰ ਕਿਉਂ ਪਾਉਣਾ ਹੈ? ਅੱਛਾ, ਹਾਂਜੀ। ਨਹੀਂ ਅਸੀਂ ਜਿਹੜੇ ਜਾਨਵਰ ਨਵਾਂ ਦੁੱਧ ਨਹੀਂ ਹੁੰਦੇ ਉਹਦਾ ਪੁੱਛਦੇ ਨੇ ਪਿਆ ਕਿ ਨਵਾਂ ਦੁੱਧ ਨਹੀਂ ਹੁੰਦੇ, ਕੋਈ ਵੀ ਹੀਟ ਚ ਨਹੀਂ ਹੁੰਦੀ ਕੋਈ ਵੀ, ਉਹਨੂੰ ਕੰਜ ਲਿਆ ਜਾ ਸਕਦਾ? ਫਿਰ ਉਹਦਾ ਇਲਾਜ ਤੇ ਵੰਡਾ ਹੈ, ਤੇ ਦੂਸਰੇ ਨੰਬਰ ਤੇ ਉਹਨੂੰ ਫਿਰ ਜਾਂ ਤੇ ਸੂਣ ਤੋਂ ਪਹਿਲੇ ਨੂੰ ਘਿਓ ਦੇਸੀ ਦਿੱਤਾ ਜਾਵੇ, 2 ਕਿਲੋ ਨੂੰ ਦੇਸੀ ਘਿਓ ਦਿੱਤਾ ਜਾਵੇ, ਤੇ ਜਾਂ ਫਿਰ ਬਾਅਦ ਵਿੱਚ ਵੰਡਾ ਬਰਾਬਰ ਰੱਖੋ। ਠੰਡਾ ਵੰਡਾ ਰੱਖੋ, ਦਲੀਆ ਹੋਵੇ ਮਿਸਾਲ ਹੈ, ਦੂਸਰਾ ਬਾਜ਼ਾਰੀ ਵੰਡਾ ਨਾ ਹੋਵੇ। ਇੱਕ ਮਮਣੀ ਵੰਡਾ ਹੁੰਦਾ ਹੈ, ਉਹ ਅੱਛਾ ਹੁੰਦਾ ਹੈ, ਠੀਕ ਹੈ। ਫਿਰ ਕਣਕ ਤੇ ਮਕਈ ਦਾ ਦਲੀਆ ਉਹ ਅੱਛਾ ਹੁੰਦਾ ਹੈ। ਤੇ ਜਿਹੜੀ ਮੱਝ ਗੱਭਣ ਹੁੰਦੀ ਏ, ਸੂਣ ਤੋਂ ਪਹਿਲੇ ਉਹਦੀ ਕਿਸ ਕਿਸਮ ਦੀ ਇhtiyat ਕਰਨੀ ਚਾਹੀਦੀ ਏ, ਤੇ ਉਹਨੂੰ ਕੀ ਖਿਲਾਣਾ ਚਾਹੀਦਾ ਤਾਂ ਕਿ ਉਹਦਾ ਜਿਹੜਾ ਸੂਆ ਹੈ ਉਹ ਅੱਛਾ ਹੋਏ? ਉਹਨੂੰ ਇੱਕ ਤਾਂ ਪੱਠੇ ਹਰੇ ਰੱਖੋ, ਉਹਨੂੰ ਸੁੱਕੇ ਖੁਸ਼ਕ ਪੱਠੇ ਨਹੀਂ ਪਾਉਣੇ ਚਾਹੀਦੇ। ਮਿਸਾਲ ਹੈ ਜਵਾਰ ਹੈ ਤਾਂ ਉਹ ਵੀ ਉਹਨੂੰ ਹਰੀ ਪਾਓ, ਅਗਰ ਸ਼ਿਤਾਲ ਹੈ ਤਾਂ ਫਿਰ ਇਹੀ ਹਰਾ, ਉਹਦੇ ਸੁੱਕੇ ਦੀ ਮੁਕਦਾਰ ਕਮ ਰੱਖੋ। ਔਰ ਉਸ ਤੋਂ ਪਹਿਲੇ ਉਹਨੂੰ ਸੌਣ ਤੋਂ ਪਹਿਲੇ ਤਕਰੀਬਨ ਮਹੀਨਾ 20 ਦਿਨ ਉਹਨੂੰ ਨਿੰਬੂ ਤੇ ਚੀਨੀ ਦਿਓ, ਕਿਲੋ ਇੱਕ ਦਫਾ ਦਿਓ, ਕਿਲੋ ਇੱਕ ਦਫਾ ਦਿਓ। ਫਿਰ ਉਸ ਤੋਂ ਬਾਅਦ ਉਹਨੂੰ 2 ਕਿਲੋ ਘਿਓ ਦਿਓ, ਕਿਲੋ ਇੱਕ ਦਫਾ ਸੌਣ ਤੋਂ ਪਹਿਲੇ ਇਨਸ਼ਾਅੱਲਾ ਦੁੱਧ ਵੱਲੋਂ ਵੀ ਬਰਾਬਰ ਹੋਵੇਗੀ, ਔਰ ਜਿਸ ਸਮੇਂ ਕੋਈ ਡਿਫੈਕਟ ਨਹੀਂ ਉਹਦੇ ਚ ਆਵੇਗਾ। ਜ਼ਬਰਦਸਤ। ਅੱਛਾ ਸਰ, ਇੱਕ ਹੁੰਦਾ ਮਿੱਠਾ ਤੇਲ ਤੇ ਇੱਕ ਸਰੋਂ ਦਾ ਤੇਲ ਹੁੰਦਾ ਵੇ, ਆ ਜਾਨਵਰ ਨੂੰ ਕਾਹਦੇ ਵਾਸਤੇ ਇਸਤੇਮਾਲ ਕਰਵਾਉਂਦੇ ਨੇ? ਸੂਣ ਵਾਲੇ ਨੂੰ ਮਿੱਠਾ ਤੇਲ ਚਾਹੀਦਾ ਹੈ। ਕਿੰਨੀ ਦੇਰ ਪਹਿਲਾਂ ਦੇਣਾ ਚਾਹੀਦਾ? ਤਕਰੀਬਨ ਹਫਤਾ ਪਹਿਲੇ ਆ ਜਾਏ, 2 ਹਫ਼ਤੇ ਪਹਿਲੇ ਆ ਜਾਏ, ਇੰਨੀ ਕਵਰੇਜ ਦੇ ਵਿੱਚ। ਅੱਛਾ। ਤੇ ਜਿਹੜੀ ਸੂਈ ਮੱਝ ਉਹਨੂੰ ਸਰਸੋਂ ਦਾ ਤੇਲ ਇੰਨਾ ਦਿਨਾਂ ਚਾਹੀਦਾ, ਫੱਗਣ ਚੇਤਰ ਵਿੱਚ। ਅੱਛਾ, ਯਾਨੀ ਕਿ ਦੂਸਰੇ ਤੀਸਰੇ ਮਹੀਨੇ ਤੇਲ ਚਾਹੀਦਾ ਹੈ। ਉਹਦਾ ਕੀ ਫਾਇਦੇ ਨੇ, ਕੀ ਉਹਦਾ ਹੁੰਦਾ ਜਾਨਵਰ ਨੂੰ? ਉਹਦਾ ਫਾਇਦਾ ਇਹ ਇੱਕ ਤਾਂ ਦੁੱਧ ਜ਼ਿਆਦਾ ਕਰੇਗੀ, ਇੱਕ ਉਹਦੇ ਜਿਹੜੇ ਥਣ ਹਨ ਨਾ ਉਹ ਬਰਾਬਰ ਰਹਿਣਗੇ, ਮਿਸਾਲੇ ਸਖਤ ਨਹੀਂ ਹੋਣਗੇ, ਚੁਆਈ ਦੇ ਟਾਈਮ ਆਸਾਨੀ ਹੋਵੇਗੀ। ਅੱਛਾ, ਮਾਸ਼ਾਅੱਲਾ ਮੱਝ ਹਵਾਨਾ ਸਹੀ ਰੱਖੇਗੀ, ਘਟਾਵੇਗੀ ਨਹੀਂ, ਹਵਾਨਾ ਚੱਡਾ ਘਟਾਵੇਗੀ ਨਹੀਂ। ਅੱਛਾ ਸਰ, ਜਾਨਵਰਾਂ ਦੇ ਜਾਵਾਂ ਦਾ ਬੜਾ ਮਸਲਾ ਹੁੰਦਾ ਵੇ, ਠੀਕ ਹੈ, ਤੁਹਾਡਾ ਕੀ ਖਿਆਲ ਹੈ ਜੇ ਜਾਨਵਰ ਦੇ ਜਾਨ ਨੇ ਉਹਨਾਂ ਨੂੰ ਪਾਲਣਾ ਚਾਹੀਦਾ ਹੋਵੇ ਕਿ ਜਾਂ ਉਹਨਾਂ ਨੂੰ ਨਹੀਂ ਪਾਲਣਾ ਚਾਹੀਦਾ, ਦੱਸੋ? ਸਰ ਅੱਲਾ ਦਾ ਸ਼ੁਕਰ ਹੈ ਸਾਡੇ 10 ਜਾਨਵਰ ਹਨ ਸੂਏ ਹੋਏ, 10 ਜਾਨ 10 ਮਾਸ਼ਾਅੱਲਾ ਬਰਾਬਰ ਖੜੇ ਨੇ। ਅਸੀਂ ਦੁੱਧ ਉਹਨਾਂ ਨੂੰ ਕਿਲਤ ਨਹੀਂ ਆਉਣ ਦਿੱਤੀ। ਕਿੰਨਾ ਦੁੱਧ ਪਿਆਉਂਦੇ ਉਹਨਾਂ ਨੂੰ? ਅਸੀਂ 2 ਥਣ ਅਗਲੇ ਉਹਨਾਂ ਨੂੰ ਪਿਵਾਈ ਰੱਖੇ ਨੇ। ਕਿੰਨੇ ਮਹੀਨੇ? ਪੂਰੀ ਸਰਦੀਆਂ 5 ਮਹੀਨੇ ਹੋ ਗਏ ਨੇ। ਅੱਛਾ,
ਦੁੱਧ ਨਹੀਂ ਘਟਾਇਆ। ਕਿੰਨੇ ਮਹੀਨੇ ਪਿਲਾਉਣਾ ਚਾਹੀਦਾ? ਕਮ ਅਜ਼ ਕਮ 5-6 ਮਹੀਨੇ ਤੇ ਇਹਨਾਂ ਨੂੰ ਜਾਨ ਨੂੰ ਜ਼ਰੂਰੀ ਹੈ ਨਾ ਦੁੱਧ ਸਰਦੀਆਂ ਦੇ ਵਿੱਚ, ਤੇ ਗਰਮੀ ਹੋਵੇ ਤਾਂ 3-4 ਮਹੀਨੇ ਤੱਕ ਵੀ ਚੱਲ ਜਾਂਦਾ ਹੈ। ਤੇ ਇਹ ਅੱਛਾ, ਤੇ ਇਸ ਤੋਂ ਬਾਅਦ ਇਸ ਗਰਮੀਆਂ 'ਚ 3 ਮਹੀਨੇ, ਸਰਦੀਆਂ 'ਚ 5 ਮਹੀਨੇ, ਤੇ ਇਸ ਤੋਂ ਬਾਅਦ ਤੁਸੀਂ ਫਿਰ ਉਹਨਾਂ ਦੀ ਜਿਹੜੀ ਤਿਆਰੀ ਹੈ ਅੱਛੀ ਤਰ੍ਹਾਂ ਗਰੋਥ ਹੋਏ, ਫਿਰ ਉਹਨੂੰ ਕੀ ਖਿਲਾਉਂਦੇ ਪਿਲਾਉਂਦੇ? ਬਾਅਦ ਹਰੇ ਪੱਠੇ ਤੇ ਉਹਨਾਂ ਨੂੰ ਵੰਡਾ ਪਾਈ ਜਾਓ, ਖਲ ਪਾਈ ਜਾਓ, ਤਾਂ ਕਿ ਉਹਨਾਂ ਨੂੰ ਸ਼ਾਮ ਦੇ ਟਾਈਮ ਉਹਨਾਂ ਦੇ ਅੱਗੇ ਪੱਠੇ ਪਏ ਹੋਣ, ਦਿਨ ਦੇ ਟਾਈਮ ਆਉਣ, 24 ਘੰਟੇ ਉਹਨਾਂ ਦੇ ਅੱਗੇ ਪੱਠੇ ਪਏ ਹੋਣ। ਉਹ ਜਾਨ ਇਨਸ਼ਾ ਅੱਲਾਹ ਤਾਲਾ ਮਰੇਗਾ ਨਹੀਂ ਹੈ। ਅੱਲਾਹ ਨੂੰ ਨਾ ਉਹਦੀ ਗਟਕੀ ਹੋਵੇ, ਮਾਲਕ ਦੀ ਇਤਿਆਤ ਹੋਵੇ ਤੇ ਮਰਦਾ ਨਹੀਂ ਹੈ। ਅੱਛਾ ਸਰ, ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਝੋਟੀਆਂ ਤੇ ਮੱਝਾਂ ਟੋਟਲ ਜਾਨਵਰ ਕਿੰਨੇ ਮੌਜੂਦ ਜੇ? ਸਾਡੇ ਕੋਲ ਜੀ 70 ਜਾਨਵਰ ਇਸ ਟਾਈਮ। ਮਾਸ਼ਾਅੱਲਾ 70 ਜਾਨਵਰ। ਹਾਂਜੀ 70 ਜਾਨਵਰ ਜੋ ਇਸ ਟਾਈਮ ਦੁੱਧ ਦੇਣ ਵਾਲੇ ਕਿੰਨੇ ਜਾਨਵਰ ਜੇ? ਸਾਡੇ ਕੋਲ ਦੁੱਧ ਦੇਣ ਵਾਲੇ 15 ਜਾਨਵਰ ਨੇ। 15 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਜਾ ਰਿਹਾ ਜੇ? 1.5 ਮਣ ਸਵੇਰ ਜਾਂਦਾ, ਮਾਣਾ ਇਸ ਟਾਈਮ ਜਾਂਦਾ, ਘਰ ਦਾ 20 ਕਿਲੋ ਕੱਢ ਕੇ ਜੀ 3 ਮਣ ਦੁੱਧ ਹੋ ਗਿਆ। ਹਾਂਜੀ। ਤਿੰਨਾਂ ਮਨਾਂ ਵਿੱਚ ਸਰ ਇਹਨਾਂ ਦੀ ਬਚਤ ਕੀ ਆ ਰਹੀ ਜੇ ਤੇ ਇਹਨਾਂ ਦਾ ਖਰਚਾ ਕੀ ਆ ਰਿਹਾ ਜੇ ਅੰਦਾਜ਼ਨ ਮੋਟਾ ਜਿਹਾ? ਇਹਨਾਂ ਦਾ ਖਰਚਾ ਤਕਰੀਬਨ ਇਸ ਟਾਈਮ ਆ ਰਿਹਾ ਹੈ 2 ਤੋਂ 3000 ਰੁਪਇਆ ਡੇਲੀ ਦਾ। ਵੰਡੇ ਦਾ ਹੀ? ਹਾਂਜੀ ਵੰਡਾ ਵੀ ਅਸੀਂ ਕੋਈ ਨਹੀਂ ਇੰਨਾ ਪਾਉਂਦੇ, ਅਸੀਂ ਪੱਠੇ ਜ਼ਿਆਦਾ ਪਾਉਂਦੇ, ਅਸੀਂ ਵੰਡਾ ਨਹੀਂ ਇੰਨਾ ਪਾਉਂਦੇ। ਪੱਠੇ ਕਿੰਨੇ ਇਹਨਾਂ ਜਾਨਵਰਾਂ ਵਾਸਤੇ ਰੱਖੇ ਜੇ? ਪੱਠੇ ਅਸੀਂ ਤਕਰੀਬਨ 6 ਪੈੜੀਆਂ ਰੱਖੇ ਇਹਨਾਂ ਦੇ ਪੱਠੇ। 6 ਕਿੱਲੇ? ਹਾਂਜੀ। ਅੱਛਾ ਸਰ, ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਤੁਸੀਂ ਉਹਨੂੰ ਐਸੀ ਕੋਈ ਗੱਲ ਦੱਸ ਦਿਓ ਜਿਹੜੀ ਉਹਦਾ ਸਦਕਾ ਜਾਰੀਆ ਬਣ ਜੇ ਤੇ ਉਹ ਇਹ ਕਾਰੋਬਾਰ ਕਰੇ ਤੇ ਇਸ ਤੋਂ ਫਾਇਦਾ ਹਾਸਲ ਕਰੇ। ਕਿਹੜੀ ਗੱਲ ਉਹਨੂੰ ਸਮਝਾਵੋ, ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਉਹਨੂੰ? ख्याल जो तो यही है कि वो अपना एहतियात ना कारोबार करे, नीयत साफ करके करे तो उन्हें इंशाल्लाह ताला घाटा नहीं आवेगा। डंगरां दी देखभाल जरूर रखे, सुबह शाम 2-3 टाइम ना दी ख्याल रखे। अगर ख्याल नहीं रखेगा तो कोई भी जिन्ना भी पैसे होगा डंगर कामयाब नहीं हो सकता है। डंगरां ना डंगर बन के रहना पैंदा, फिर माशाल्लाह कमी नहीं आउण दिंदे। जी सर, बहुत शुक्रिया, माशाल्लाह बहुत कीमती तुहां गल्लां दसियां ने। अल्लाह हाफिज़। बहुत मेहरबानी सर, शुक्रिया, अल्लाह हाफिज़।